ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਵੇ ਜੀ ਬਲੈਕਬਰਨ। ਤੁਹਾਨੂੰ ਸਵੇਰ ਬਲੈਕਬਰਨ ਦੀ ਸੈਰ ਕਰਾਵਾਂ। 9 ਵਜਣ ਲੱਗੇ ਨੇ, 8 ਵੱਜ ਚੱਲੇ ਨੇ ਔਰ ਬਿਜ਼ੀ ਟਾਈਮ ਸ਼ੁਰੂ ਹੋਣ ਲੱਗਾ। ਔਰ ਇਸ ਟਾਈਮ ਜਿਹੜਾ ਨਾ ਸਕੂਲ ਵੀ ਲੱਗ ਜਾਣੇ ਨੇ ਤੇ ਆਫਿਸ ਟਾਈਮ ਵੀ ਹੋ ਗਿਆ ਹੈ। ਰਸ਼ ਪੈ ਜਾਣਾ ਰੋਡਾਂ ਦੇ। ਸਵੇਰ ਕੋਈ ਰਸ਼ ਨਹੀਂ ਹੁੰਦਾ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਫੁੱਲ ਰਸ਼ ਹੋ ਜਾਣਾ, ਯਾਨੀ ਕਿ ਘੰਟਾ ਡੇਢ। ਲੋ ਜੀ ਇਸ਼ਾਰਾ ਖੁੱਲ ਗਿਆ ਜੇ ਤੇ ਰਸ਼ ਵੀ ਕਾਫੀ ਹੈ। ਸਵੇਰ ਹੁਣ ਰਸ਼ ਪੈ ਗਿਆ ਹੈ। ਇੱਧਰ ਜਾਣਾ ਗੱਡੀ ਦੇ ਅੰਦਰ ਹੋ ਗਿਆ। ਬਲੈਕਬਰਨ ਜਿਹੜਾ ਨਾ ਬੜਾ ਖੂਬਸੂਰਤ ਏਰੀਆ ਹੈ। ਜ਼ਿਆਦਾਤਰ ਇੱਥੇ ਮੁਸਲਮਾਨ ਹੀ ਰਹਿੰਦੇ ਨੇ ਤੇ ਇਸ ਏਰੀਏ ਗੋਰੇ ਵੀ ਹੈ ਨੇ, ਲੇਕਿਨ ਗੋਰਿਆਂ ਦੇ ਏਰੀਏ ਲਹਿਦਾ ਹੋ ਗਏ ਨੇ। ਮੁਸਲਮਾਨ ਜਿਹੜੇ ਇਹਨਾਂ ਕੋਲ ਤਕਰੀਬਨ ਬਹੁਤ ਜ਼ਿਆਦਾ ਮੁਸਲਮਾਨ ਇੱਥੇ ਰਹਿੰਦਾ। ਇਸ ਤਰ੍ਹਾਂ ਹੀ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਇਸਲਾਮੀ ਮੁਲਕ 'ਚ ਫਿਰ ਰਹੇ ਹੋ। ਔਰ ਅੱਜ ਮਈ ਦੀ ਜਿਹੜੀ ਹੈ ਨਾ, ਅੱਜ 11 ਤਰੀਕ ਹੋ ਗਈ। ਤੁਸੀਂ ਲੋਕਾਂ ਨੂੰ ਦੇਖ ਸਕਦੇ ਹੋ ਅਜੇ ਤੱਕ ਜੈਕਟਾਂ ਪਾਈਆਂ ਨੇ। ਅੱਜ ਸਵੇਰ ਦੀ ਬਾਰਿਸ਼ ਲੱਗੀ ਹੈ। ਦੇਖ ਲਓ ਲੋਕਾਂ ਨੇ ਜੈਕਟਾਂ ਔਰ ਜਰਸੀਆਂ ਪਾ ਕੇ ਫਿਰਦੇ ਪਏ ਨੇ। ਕਾਫੀ ਟੈਂਪਰੇਚਰ ਹੈ ਇਸ ਟਾਈਮ 6 ਟੈਂਪਰੇਚਰ ਹੈ, ਜਿਹੜਾ ਪਾਕਿਸਤਾਨ ਤੇ ਮੇਰੇ ਖਿਆਲ ਨਾਲ ਦਸੰਬਰ ਦੇ ਵਿੱਚ ਹੁੰਦਾ ਜਦੋਂ ਫੁੱਲ ਸਰਦੀਆਂ ਹੁੰਦੀਆਂ ਨੇ। ਇਹ ਛੋਟਾ ਜਿਹਾ ਇਹਨਾਂ ਦਾ ਸਰਜਰੀ ਹਸਪਤਾਲ ਨੇ, ਹਰ ਮਹੱਲੇ 'ਚ ਪਾਏ ਨੇ ਇਹਨਾਂ ਨੇ। ਪ੍ਰਾਈਵੇਟ ਹਸਪੀਟਲ ਨੇ। ਇਸ਼ਾਰੇ ਦੀ ਇੱਥੇ ਬੜੀ ਪਾਬੰਦੀ ਕਰਨੀ ਪੈਂਦੀ। ਇਸ਼ਾਰੇ ਦੀ ਪਾਬੰਦੀ ਤੋਂ ਬਗੈਰ ਇੱਥੇ ਬੰਦੇ ਕੋਲ 1 ਮਿੰਟ ਨਹੀਂ, ਯਾਨੀ ਕਿ ਇਸ਼ਾਰਾ ਤੋੜ ਹੀ ਨਹੀਂ ਸਕਦੇ। ਤਸੱਵਰ ਹੀ ਨਹੀਂ ਹੋ ਸਕਦਾ। ਚਾਹੇ ਗੱਡੀਆਂ ਹੈ ਨੇ ਚਾਹੇ ਗੱਡੀਆਂ ਨਹੀਂ ਹੈ, ਲੇਕਿਨ ਤੁਸੀਂ ਇੱਥੇ ਇਸ਼ਾਰੇ ਨੂੰ ਨਹੀਂ ਤੋੜ ਸਕਦੇ। ਕਿਉਂ? ਕੈਮਰੇ ਲੱਗੇ ਨੇ। ਅਗਰ ਇਸ਼ਾਰਾ ਤੋੜੋਗੇ ਵੀ ਕਿ ਤੁਸੀਂ ਉਹਦੇ ਵਿੱਚ ਆ ਜਾਓਗੇ ਕੈਮਰੇ ਦੇ, ਔਰ ਤੁਹਾਨੂੰ 6 ਪੁਆਇੰਟ ਲੱਗ ਜਾਣਗੇ ਲਾਇਸੈਂਸ ਦੇ, ਔਰ ਤਕਰੀਬਨ 1000 ਪਾਉਂਡ ਜੁਰਮਾਨਾ ਹੋ ਜਾਏਗਾ। ਤੇ ਇਸ਼ਾਰੇ ਦੇ ਆਣ ਕੇ ਨਾ ਕੋਈ ਸਾਰੇ ਦੀ ਰਿਸਪੈਕਟ ਕਰਦੇ ਨੇ ਇਸ਼ਾਰੇ, ਚਾਹੇ ਦੂਸਰੀ ਤਰਫ ਕੋਈ ਗੱਡੀ ਆ ਰਹੀ ਹੈ ਨਹੀਂ ਆ ਰਹੀ। ਮਾਰਨਿੰਗ ਟਾਈਮ ਹੈ ਨਾ ਤੇ ਫਿਰ ਹਰ ਪਾਸੇ ਇਸ ਟਾਈਮ ਰਸ਼ ਪੈ ਗਿਆ। ਸਕੂਲ ਵੀ 8-9 ਵਜੇ ਲੱਗ ਰਹੇ ਨੇ ਤੇ ਆਫਿਸ ਟਾਈਮ ਵੀ ਸ਼ੁਰੂ ਹੋ ਗਿਆ ਹੈ। ਉਹਦੀ ਵਜ੍ਹਾ ਨਾਲ ਫਿਰ ਥੋੜਾ ਜਿਹਾ ਵੇਟ ਕਰਨਾ ਪੈਂਦਾ ਇਸ਼ਾਰਿਆਂ ਦੇ ਤੇ। ਉਹ ਜਿਹੜਾ ਪਿਛਲਾ ਏਰੀਆ ਸੀ ਉਧਰ ਤਕਰੀਬਨ ਗੋਰੇ ਰਹਿੰਦੇ ਸੀ। ਇਹ ਜਿਹੜਾ ਏਰੀਆ ਸ਼ੁਰੂ ਹੋ ਗਿਆ ਨਾ ਹੁਣ, ਇੱਥੇ ਤਕਰੀਬਨ ਸਾਰੇ ਹੀ ਪਾਕਿਸਤਾਨੀ ਨੇ। ਕੋਈ ਇੱਕਾ ਦੁੱਕਾ ਕੋਈ ਗੋਰਾ ਹੋਣਾ, ਲੇਕਿਨ ਤਕਰੀਬਨ ਇੱਥੇ ਸਾਰੇ ਆ। ਜਿਹੜੀ ਬਿਲਡਿੰਗਾਂ ਤੁਹਾਨੂੰ ਮੇਰੇ ਲੈਫਟ ਸਾਈਡ ਤੇ ਨਜ਼ਰ ਆ ਰਹੀ ਹੈ ਨਾ, ਸਾਰੇ ਇੱਥੇ ਇੰਡੀਅਨ ਪਾਕਿਸਤਾਨੀ ਰਹਿ ਰਹੇ ਨੇ। ਔਰ ਤੁਹਾਨੂੰ ਬਿਲਕੁਲ ਇਸਲਾਮੀ ਮਾਹੌਲ ਨਜ਼ਰ ਆਏਗਾ। ਮਹੱਲੇ ਦਾ ਛੋਟਾ ਜਿਹਾ ਬਾਜ਼ਾਰ ਆ ਗਿਆ ਹੈ, ਜਿਹਦੇ 'ਚ ਟੇਕਵੇ ਨੇ, ਦੁਕਾਨਾਂ ਨੇ। ਬੱਸਾਂ ਲੈ ਕੇ ਜਾ ਰਹੀਆਂ ਨੇ ਸਕੂਲ ਵਾਲੇ ਬੱਚਿਆਂ ਨੂੰ ਸਕੂਲੇ। ਹਰ ਮੁਲਕ ਦਾ ਨਿਜ਼ਾਮ ਤਕਰੀਬਨ ਇੱਕ ਜੈਸਾ ਹੀ ਹੈ। ਬੱਸਾਂ ਪਾਕਿਸਤਾਨ ਵੀ ਸਕੂਲੇ ਲੈ ਕੇ ਜਾਂਦੀਆਂ ਨੇ, ਇੱਥੇ ਵੀ ਲੈ ਕੇ ਜਾਂਦੀਆਂ ਨੇ। ਇਹ ਵੇਖ ਲਓ ਬਿਲਕੁਲ ਪਰਦੇ ਦਾ ਇੱਥੇ ਨਿਜ਼ਾਮ ਹੈ। ਕੋਈ ਇੱਥੇ ਪਰਦੇ ਦੀ ਪਰੇਸ਼ਾਨੀ ਦੀ ਵਕਤੀ ਤੌਰ ਦੇ ਉੱਤੇ। ਕੱਲ੍ਹ ਨੂੰ ਪਤਾ ਨਹੀਂ ਕੀ ਹੋ ਜਾਵੇ ਕੀ ਨਾ ਹੋਵੇ, ਲੇਕਿਨ ਅਜੇ ਤੱਕ ਇੱਥੇ ਜਿਹੜਾ ਨਾ ਫੁੱਲ ਜਿਹੜਾ ਮਾਹੌਲ ਜਿਹੜਾ ਨਾ ਇਸਲਾਮੀ ਕਲਚਰ ਹੈ। ਹਰ ਮਜ਼ਹਬ ਦੇ ਲੋਕਾਂ ਨੂੰ ਇੱਥੇ ਆਜ਼ਾਦੀ ਹੈ।
ਜੋ ਕੁਝ ਆਪਣੇ ਮਜ਼ਹਬ ਦੇ ਮੁਤਾਬਕ ਉਹ ਕਰਨਾ ਚਾਹਦੇ ਨੇ ਉਹ ਕਰਦੇ ਰਹਿੰਦੇ ਨੇ। ਕਿਸੇ ਨੂੰ ਕੋਈ ਪਾਬੰਦੀ ਨਹੀਂ, ਕਿਸੇ ਮਜ਼ਹਬ ਦੀ ਕੋਈ ਅਜੇ ਤੱਕ ਸ਼ਿਕਾਇਤ ਨਹੀਂ ਆਈ ਹੈ ਇੱਥੇ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਈ ਹੋਵੇ ਲੋਕਲ ਕਮਿਊਨਿਟੀ ਦੀ ਤਰਫੋਂ ਜਾਂ ਕਿਸੇ ਹੋਰ ਦੇ ਤਰਫੋਂ ਜਾਂ ਗੌਰਮੈਂਟ ਦੀ ਤਰਫੋਂ। ਹਰ ਬੰਦੇ ਨੂੰ ਮਜ਼ਹਬੀ ਆਜ਼ਾਦੀ ਹਾਸਲ ਹੈ ਕਿ ਜਿਸ ਤਰ੍ਹਾਂ ਉਹ ਚਾਹੇ ਆਪਣਾ ਉਹ ਕਰ ਸਕਦਾ ਹੈ। ਇੱਥੇ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਨਾ ਮੇਨ ਰੋਡ ਦੇ ਉੱਤੇ ਹੀ ਨੇ। ਮੇਨ ਰੋਡ ਦੇ ਇਲਾਵਾ ਦੁਕਾਨਾਂ ਬਹੁਤ ਘੱਟ ਨੇ ਦੂਰ ਦੂਰ। ਜਿੱਥੇ ਵੀ ਕੋਈ ਮੇਨ ਰੋਡ ਆਏਗਾ ਉੱਥੇ ਜਿਹੜੀਆਂ ਨਾ ਦੁਕਾਨਾਂ ਹੋਣਗੀਆਂ। ਟੇਕਵੇ ਜ਼ਿਆਦਾ ਨੇ, ਕੋਈ ਚਾਈਨੀਜ਼ ਦੁਕਾਨਾਂ ਨੇ ਜਿਹਦੇ 'ਚ ਜਿਹੜੀਆਂ ਸਸਤੇ ਖਿਡੌਣੇ ਤੇ ਭਾਂਡੇ ਮਿਲ ਜਾਂਦੇ ਨੇ। ਇਹ ਦੇਖੋ ਜੈਕਟਾਂ ਪਾਈਆਂ ਨੇ, ਜੁਲਾਈ ਦਾ ਮਹੀਨਾ ਤੇ ਕੋਟ ਪਾਏ ਨੇ ਮੋਟੇ। ਅੱਜ ਸਵੇਰ ਦੀ ਬਾਰਿਸ਼ ਲੱਗੀ, ਮੇਰੇ ਖਿਆਲ ਨਾਲ ਹੋਰ ਘੰਟਾ ਇੱਕ ਹੋਏਗੀ ਤੇ ਫਿਰ ਬਾਰਿਸ਼ ਖਤਮ ਹੋ ਜਾਏਗੀ। ਦਿਹਾੜੀ ਬਹੁਤ ਜ਼ਿਆਦਾ ਲੰਬੀ ਦਿਹਾੜੀ ਅੱਜ ਕੱਲ੍ਹ ਗਰਮੀ ਆਈ ਤੇ ਇੱਥੇ ਦਿਹਾੜੀ ਸਾਡੀ ਕੋਈ ਲੰਬੀ ਹੁੰਦੀ ਹੈ ਕਿ ਤੁਸੀਂ ਕੁਝ ਨਾ ਪੁੱਛੋ। ਸਵੇਰ 5:15 ਸੂਰਜ ਨਿਕਲਿਆ ਤੇ ਰਾਤੀ 9 ਵਜੇ ਸੂਰਜ ਡੁੱਬਣਾ ਹੈ। 1 ਵਜੇ ਜ਼ੋਹਰ ਦੀ ਨਮਾਜ਼ ਹੁੰਦੀ ਹੈ ਇੱਥੇ, ਤੇ ਅਸਰ ਦੀ ਨਮਾਜ਼ ਜਾ ਕੇ ਹੁੰਦੀ 8 ਵਜੇ ਨਾਲ। ਯਾਨੀ ਜ਼ੋਹਰ ਔਰ ਅਸਰ ਦੇ ਦਰਮਿਆਨ ਦੇ ਵਿੱਚ 8 ਘੰਟੇ ਦਾ ਫਰਕ ਹੈ। ਜ਼ੋਹਰ ਦੀ ਨਮਾਜ਼ ਪੜ੍ਹ ਲਓ ਤੇ ਫਿਰ 8 ਘੰਟੇ ਤੁਸੀਂ ਵੇਟ ਕਰਨਾ ਅਸਰ ਦੀ ਨਮਾਜ਼ ਪੜ੍ਹਨ ਲਈ। ਏਡੀ ਲੰਮੀ ਇੱਥੇ ਦਿਹਾੜ ਹੈ। ਇਹ ਕੈਮਰਾ ਲੱਗਾ ਦਾ ਸਾਹਮਣੇ ਥੱਲੇ ਉਹਨਾਂ ਨੇ ਨਿਸ਼ਾਨ ਲਾਏ ਨੇ ਕਿ ਇਹ ਹੱਦ ਤੋਂ ਅਗਰ ਤੁਸੀਂ ਇਹਦੀ ਸਪੀਡ ਜ਼ਿਆਦਾ ਹੋਏਗੀ ਤੁਹਾਨੂੰ ਪਿੱਛੇ ਕੈਮਰਾ ਵੱਜ ਜਾਏਗਾ। ਔਰ ਇਹ ਕੈਮਰਾ ਜੀ ਇਹੋ ਵੱਜੇਗਾ ਤੁਹਾਡੀ ਨਾਲ ਹੀ ਜਾਨ ਵੀ ਕੱਢ ਦੇਗਾ ਕੈਮਰਾ। ਜਗ੍ਹਾ ਜਗ੍ਹਾ ਰੋਡਾਂ ਦੇ ਨਾਲੇ ਕੈਮਰੇ ਲਾਏ ਨੇ ਸਪੀਡ ਕੰਟਰੋਲ ਕਰਨ ਵਾਲੇ, ਔਰ ਦੂਸਰੇ ਵੀ ਲੱਗੇ ਨੇ ਜਿਹੜੇ ਖੁਫੀਆ ਲਾਏ ਨੇ ਜਿਹੜਾ ਤੁਹਾਨੂੰ ਘਰ ਜੁਰਮਾਨਾ ਆ ਜਾਂਦਾ ਕਿ ਤੁਸੀਂ ਭਾਈ ਜੀ ਫਲਾਣੇ ਰੋਡ ਦੇ ਉੱਤੇ ਇਸ ਟਾਈਮ ਜਿਹੜੇ ਨਾ ਇੰਨੀ ਤੇਜ਼ ਗੱਡੀ ਚਲਾਈ ਹੈ ਜਾਂ ਇਸ ਤਰ੍ਹਾਂ ਟ੍ਰੈਫਿਕ ਦੀ ਉਹ ਕੀਤੀ ਹੈ ਖਿਲਾਫਵਰਜੀ। ਇਹ ਐਂਬੂਲੈਂਸ ਆ ਰਹੀ ਹੈ, ਐਂਬੂਲੈਂਸ ਨੂੰ ਰਸਤਾ 1 ਮਿੰਟ ਵਿੱਚ ਮਿਲਦਾ ਹੈ। ਇੱਥੇ ਕੋਈ ਰੁਕਾਵਟ ਨਹੀਂ, ਸਾਰੀ ਦੁਨੀਆ ਖਲੋ ਜਾਂਦੀ ਹੈ ਇਹਨੂੰ ਰਸਤਾ ਦੇਣ ਲਈ। ਇਹ ਸਕੂਲ ਦੀ ਬੱਸ ਜੇ ਮੌਲਵੀ ਥੈਂਕ ਯੂ। ਲੋ ਜੀ ਆ ਗਿਆ ਜੇ ਵੱਡੀ ਬਿਲਡਿੰਗਾਂ। ਲੋ ਜੀ ਬੰਦੇ ਦਾ ਪਾਰਸਲ ਉਹਦੇ ਹਵਾਲੇ ਕੀਤਾ ਜੇ ਤੇ ਅੱਗੋਂ ਦੂਸਰਾ ਚੁੱਕੋ ਜਾ ਕੇ। ਇੱਥੇ ਕੰਮ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਹੈ, ਕੰਮ ਲਾਜ਼ਮੀ ਕਰਨਾ ਪੈਂਦਾ। ਕੰਮ ਕਰੋਗੇ ਤਾਂ ਤੁਹਾਡੀ ਸਿਹਤ ਬਣੇਗੀ, ਖੁਸ਼ਹਾਲ ਹੋਵੋਗੇ, ਪਿੱਛੇ ਵੀ ਤੁਹਾਡੇ ਖੁਸ਼ਹਾਲ ਹੋਣਗੇ। ਕੰਮ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਇੱਥੇ ਹੈ। ਚਲੋ ਜੀ ਠੀਕ ਹੋ ਗਿਆ। ਸੁਬਹ ਹਰ ਬੰਦੇ ਨੂੰ ਜਲਦੀ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਜੌਬ ਤੇ ਪਹੁੰਚੀਏ, ਲੇਟ ਨਾ ਹੋ ਜਾਈਏ। ਬੜੀ ਇhtiyਾਤ ਨਾਲ ਗੱਡੀ ਚਲਾਉਣੀ ਪੈਂਦੀ ਹੈ ਸੁਬਹ। जी सुल्तान से बिल्कुल ਆ ਗਿਆ ਜੇ ਫੈਕਟਰੀ ਏਰੀਆ।
ਆ ਗਿਆ ਜੇ ਪੁਰਾਣੀ ਔਰ ਨਵੀਂ ਗੱਡੀਆਂ 'ਚ ਮਿਲ ਸਕਦੀਆਂ ਤੁਹਾਨੂੰ। ਤਕਰੀਬਨ ਇੱਥੇ ਜਿੰਨੇ ਮੁਲਾਜ਼ਮ ਆਉਂਦੇ ਨੇ ਉਹ ਜ਼ਿਆਦਾਤਰ ਗੱਡੀਆਂ ਜਿਹੜੀਆਂ ਨਾ ਇੰਸਟਾਲਮੈਂਟ ਤੇ ਲੈਂਦੇ ਨੇ, ਯਾਨੀ ਕਿ ਕਿਸ਼ਤਾਂ ਤੇ ਲੈਂਦੇ ਨੇ, ਮੰਥਲੀ ਪੇਮੈਂਟ ਦੇ ਉੱਤੇ। ਰੋਡ ਬੋਰਡ ਆ ਗਿਆ ਜੇ। ਰੋਡ ਬੋਰਡ ਦੀ ਬੜੀ ਰਿਸਪੈਕਟ ਕਰਨੀ ਪੈਂਦੀ। ਜਿਹੜੀ ਤੁਹਾਡੇ ਸੱਜੇ ਸਾਈਡ ਤੋਂ ਟ੍ਰੈਫਿਕ ਆਉਂਦੀ ਹੈ ਨਾ, ਉਹਨੂੰ ਤੁਸੀਂ ਰਾਹ ਦੇਣਾ ਹੁੰਦਾ ਹੈ। ਹਰ ਬੰਦਾ ਜੇ ਟ੍ਰੈਫਿਕ ਦੀ ਜਿਹੜੀ ਨਾ ਰਿਸਪੈਕਟ ਕਰਦਾ ਹੈ ਅਗਲੇ ਬੰਦੇ ਦੀ, ਜਿਹਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਘੱਟ ਹੋਏ ਹੁੰਦੀ ਹੈ। ਕਿਉਂਕਿ ਕਾਨੂੰਨ ਦੇ ਉੱਤੇ ਫਾਲੋ ਕਰਦੇ ਨਾ, ਧੱਕੇਸ਼ਾਹੀ ਕੋਈ ਨਹੀਂ ਹੈ ਇੱਥੇ ਕਿ ਜਿਹਦਾ ਦਿਲ ਕੀਤਾ ਵੜ ਗਏ, ਜਿਹੜੇ ਮਰਜ਼ੀ ਰਾਹ ਵੜ ਗਏ, 92 ਤੋੜ ਖੜਿਆ, ਇੰਜ ਘਰ ਖੜਿਆ। ਇਹ ਆ ਗਿਆ ਜੇ ਮੇਨ ਏਰੀਆ। ਲੰਮੇ ਲੰਮੇ ਕੋਟ ਤੇ ਠੰਡ ਦੀ ਪਾਈ ਜੀ ਹੈ ਲੋਕਾਂ ਨੇ। ਪਾਕਿਸਤਾਨ ਤੇ ਆ ਫਿਲਮ ਵੇਖ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਯਾਰ ਅਸੀਂ ਤੇ ਗਰਮੀ ਨਾਲ ਬਸ ਹੋ ਗਈ। ਇੱਥੇ ਲੋਕੀ ਦੇਖੋ ਤੁਸੀਂ, ਸਰਦੀ ਨਾਲ ਫੰਡੇ ਜਾ ਰਹੇ ਨੇ, ਪਾਕਿਸਤਾਨ ਬੰਦੇ ਗਰਮੀ ਨਾਲ ਫੰਡੇ ਜਾ ਰਹੇ ਨੇ। ਮੌਸਮ ਦੇ ਲਿਹਾਜ਼ ਨਾਲ ਇਹ ਬਹੁਤ ਠੰਡਾ ਮੁਲਕ ਹੈ। ਇੱਥੇ ਲੋਕਾਂ ਦੇ ਅਕਸਰ ਗੋਡੇ ਜਿਹੜੇ ਨਾ ਪੀੜ ਕਰਦੇ। ਤੁਸੀਂ ਵੇਖ ਲਓ ਜੁਲਾਈ ਦਾ ਮਈ ਦਾ ਮਹੀਨਾ ਆ ਗਿਆ ਹੈ ਔਰ ਗੱਡੀਆਂ ਦੇ ਵਿੱਚ ਔਰ ਘਰਾਂ ਵਿੱਚ ਅਜੇ ਤੱਕ ਹੀਟਰ ਵੀ ਚੱਲਦੇ ਪਏ ਨੇ। ਜਿਸ ਟਾਈਮ ਇੱਥੇ ਬਾਰਿਸ਼ ਹੋ ਜਾਏ ਤੇ ਹੀਟਿੰਗ ਸ਼ੁਰੂ ਹੋ ਜਾਂਦੀ ਹੈ। ਲੋ ਜੀ, ਅੱਲਾ ਦੇ ਹਵਾਲੇ। ਫਿਰ ਤੁਹਾਨੂੰ ਅਗਲੇ ਵਲੌਗ 'ਚ ਕੋਈ ਹੋਰ ਚੀਜ਼ ਵਿਖਾਵਾਂਗੇ ਇੰਗਲੈਂਡ ਦੀ। ਹਰ ਰੋਜ਼ ਇੱਕ ਛੋਟਾ ਜਿਹਾ ਤੁਹਾਨੂੰ ਮੈਂ ਵਲੌਗ ਵਿਖਾਵਾਂ ਕਰਾਂ, ਕਦੇ ਪਿੰਡਾਂ ਵਿੱਚ ਫਿਰਦੇ ਆ, ਕਦੇ ਸ਼ਹਿਰ ਵਿੱਚ ਫਿਰਦੇ ਆ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ। ਔਰ ਇੰਜੋਏ ਕਰੋ, ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਤੁਹਾਨੂੰ ਪਸੰਦ ਆਉਣ ਕਰਨਗੀਆਂ ਤੇ ਕਿਉਂਕਿ ਸਟਾਰਟਿੰਗ ਸ਼ੁਰੂ ਕੀਤੀ ਬੜੀ ਦੇਰ ਬਾਅਦ। ਇਹ ਆ ਗਿਆ ਜੇ ਰੇਲਵੇ ਕ੍ਰਾਸਿੰਗ ਉੱਤੇ, ਰੇਲਵੇ ਦੀ ਪਟਰੀ ਜੇ ਤੇ ਥੱਲੇ ਜਿਹੜਾ ਨਾ ਉਹ ਰਾਹ ਬਣਿਆ ਦਾ, ਕੋਈ ਰੁਕਾਵਟ ਨਹੀਂ। ਦੇਖ ਲਓ ਕੋਈ ਫਾਟਕ ਨਹੀਂ ਇੱਥੇ। ਫਾਟਕ ਬਹੁਤ ਘੱਟ ਨੇ, ਬਹੁਤ ਪਿੰਡਾਂ ਪੁੰਡਾਂ ਇੱਕਾ ਦੁੱਕਾ ਕਿਲੇ ਨਜ਼ਰ ਹੋਣਗੇ ਤੇ ਹੋਣਗੇ। ਟ੍ਰੈਫਿਕ ਦਾ ਨਿਜ਼ਾਮ ਬੜਾ ਜ਼ਬਰਦਸਤ ਇਹਨਾਂ ਦਾ। ਚੱਲ ਖੁੱਲ ਜਾ, ਖੁੱਲ ਗਿਆ ਜੀ, ਖੁੱਲ ਗਿਆ, ਇਸ਼ਾਰਾ ਖੁੱਲ ਗਿਆ ਜੀ। ਇਸ਼ਾਰਾ ਰੇਲਵੇ ਪਟਰੀ ਹੈ ਤੇ ਤੁਹਾਨੂੰ ਮੈਂ ਹੁਣ ਵਿਖਾਉਣਾ ਨਾਲ ਹੀ ਨਾ ਜਿਹੜਾ ਰੇਲਵੇ ਸਟੇਸ਼ਨ ਵੀ ਬਾਹਰੋਂ ਵਿਖਾਉਂਦੇ ਆ ਤੁਹਾਨੂੰ। ਘੰਟਾ ਡੇਢ ਤੱਕ 9:30 ਵਜੇ ਨਾਲ ਬਿਲਕੁਲ ਰਸ਼ ਖਤਮ ਹੋ ਜਾਣਾ ਹੈ। ਫਿਰ 1:30 ਵਜੇ, ਫਿਰ 3 ਵਜੇ ਤੋਂ ਲੈ ਕੇ ਤੇ ਸ਼ਾਮੀ 7 ਵਜੇ ਤੱਕ ਰਸ਼ ਰਹੇਗਾ। ਫਿਰ ਉਸ ਤੋਂ ਬਾਅਦ ਸੜਕਾਂ ਸੁੰਨਸਾਨ ਹੋ ਜਾਣਗੀਆਂ। DHL ਆ ਗਿਆ ਜੀ, ਲੈ ਗਿਆ ਆਪਣਾ ਮਾਲ। ਬਾਏਂ ਤਰਫ ਜਿਹੜਾ ਨਾ ਉਹ ਜੇ ਰੇਲਵੇ ਸਟੇਸ਼ਨ ਹੈ, ਟ੍ਰੇਨਾਂ ਖਲੋਤੀਆਂ ਨੇ। ਇਹ ਆ ਗਿਆ ਜੀ ਬਲੈਕਬਰਨ ਸਟੇਸ਼ਨ ਰੇਲਵੇ ਦਾ।
ਜੀ ਅੱਲਾ ਖੈਰ ਕਰੇ ਫਿਰ ਮਿਲਦੇ ਆ ਇਨਸ਼ਾਅੱਲਾ ਦੂਸਰੇ ਬਲੌਗ ਵਿੱਚ ਓਕੇ ਜੀ ਅੱਲਾ ਦੇ ਹਵਾਲੇ